ਨਵਤੇਜ ਸਿੰਘ ਪ੍ਰੀਤਲੜੀ ਦੀ ਕਹਾਣੀ ਕੋਟ ਤੇ ਮਨੁੱਖ। ਘਰ ਰਜ਼ਾਈਆਂ ਸਿਰਫ 3 ਹੀ ਸਨ, ਉਹ ਵੀ ਪੁਰਾਣੀਆਂ ਜੁਲੀਆਂ ਜਹੀਆਂ, ਤੇ ਉੱਤੋਂ ਕਹਿਰਾਂ ਦਾ ਪਾਲਾ ਪੈ ਰਿਹਾ ਸੀ। ਰੋਜ਼ ਵਿਚਕਾਰਲੇ ਭੈਣ ਭਰਾ ਇੱਕ ਰਜ਼ਾਈ ਵਿੱਚ ਸੌਂਦੇ, ਸਭ ਤੋਂ ਵੱਡੀ ਸੀਤੋ ਤੇ ਸਭ ਤੋਂ ਨਿੱਕੀ ਮੁੰਨੀ ਦੂਜੀ ਵਿੱਚ, ਤੇ ਤੀਜੀ ਵਿੱਚ ਉਹਨਾਂ ਦਾ ਪਿਓ ਮਾਸਟਰ ਈਸ਼ਰਦਾਸ। ਉਹਨਾਂ ਦੀ ਮਾਂ ਭਾਗਵੰਤੀ ਖੇਸ ਜੋੜ ਜਾੜ ਕੇ ਦਰੀ ਉੱਤੇ ਲੈ ਕੇ ਕੁਝ ਠੀਆਂ ਠਪਾ ਕਰ ਲੈਂਦੀ ਸੀ, ਪਰ ਕੁਝ ਦਿਨਾਂ ਤੋਂ ਲਗਾਤਾਰ ਰਾਤੀ ਠੰਡ ਲੱਗਣ ਕਰਕੇ ਸਾਰਾ ਦਿਨ ਉਹਦੇ ਹੱਡ ਪੈਰ ਟੁੱਟਦੇ ਰਹਿੰਦੇ ਸਨ ਤੇ ਹਿੱਲਣ ਨੂੰ ਜੀ ਨਹੀਂ ਸੀ ਕਰਦਾ। ਛੋਟੇ 3 ਤਾਂ ਸੌ ਚੁੱਕੇ ਸਨ, ਪਰ ਵੱਡੀ ਸੀਤੋ ਜਾਗਦੀ ਪਈ ਸੀ। ਉਹਨੂੰ ਉਹ ਖੰਘ ਛਿੜੀ ਹੋਈ ਸੀ ਕਿ ਉਤਲਾ ਸਾਹ ਉੱਤੇ ਤੇ ਥੱਲੇ ਦਾ ਥੱਲੇ, ਤੇ ਇਹ ਨਾਮੁਰਾਦ ਖੰਘ ਬੜੇ ਚਿਰ ਤੋਂ ਇਸ ਮੁਟਿਆਰ ਵਰੇਸ ਵਿੱਚ ਵੀ ਉਹਦਾ ਖਹਿੜਾ ਨਹੀਂ ਸੀ ਛੱਡ ਰਹੀ। ਪੂਰੇ 2 ਵਰਿਆਂ ਤੋਂ ਖੰਘ ਜ਼ੁਕਾਮ ਦਾ ਜੰਮ ਉਹਨੂੰ ਚੰਬੜਿਆ ਹੋਇਆ ਸੀ। ਇੱਕ ਵਾਰ ਮਾਸਟਰ ਈਸ਼ਰਦਾਸ ਨੇ ਆਪਣੇ ਕਿਸੇ ਸ਼ਾਗਿਰਦ ਦੇ ਡਾਕਟਰ ਪਿਓ ਕੋਲੋਂ ਬਿਨਾਂ ਫੀਸ ਸੀਤੋ ਦਾ ਮੁਆਇਨਾ ਕਰਾਇਆ ਸੀ। ਡਾਕਟਰ ਨੇ ਦੱਸਿਆ ਸੀ, ਇਹਦੇ ਗਲੇ ਦਾ ਆਪਰੇਸ਼ਨ ਬਹੁਤ ਹੀ ਜ਼ਰੂਰੀ ਹੈ। ਜੇ ਹੋਰ ਕੁਝ ਦੇਰ ਇਸ ਤਰ੍ਹਾਂ ਘੌਲ ਕੀਤੀ ਤਾਂ ਇਹਦੇ ਕੰਨਾਂ ਨੂੰ ਘੱਟ ਸੁਣਾਈ ਦੇਣ ਲੱਗ ਪਏਗਾ ਤੇ ਇਹਦੇ ਦਿਲ ਉੱਤੇ ਵੀ ਅਸਰ ਪਏਗਾ। ਤੇ ਡਾਕਟਰ ਨੇ ਰੋਜ਼ ਸੀਤੋ ਨੂੰ ਦੁੱਧ, ਆਂਡੇ, ਪੱਤਿਆਂ ਵਾਲੀਆਂ ਸਬਜ਼ੀਆਂ, ਫਲ ਤੇ ਵਿਟਾਮਿਨ ਦੀਆਂ ਗੋਲੀਆਂ ਖਵਾਉਣ ਲਈ ਕਿਹਾ ਸੀ। ਪਰ ਸੀਤੋ 2 ਵਰਿਆਂ ਤੋਂ ਇੰਜ ਹੀ ਖੰਘ ਰਹੀ ਸੀ। ਬਨਕਸ਼ੇ ਤੋਂ ਵੱਧ ਉਹ ਉਹਦੇ ਲਈ ਹੋਰ ਕੋਈ ਦਵਾਈ ਲਿਆ ਨਹੀਂ ਸੀ ਸਕਿਆ। ਆਪਰੇਸ਼ਨ, ਰੋਜ਼ ਦੁੱਧ, ਆਂਡੇ, ਫਲ। 2 ਵਰਿਆਂ ਤੋਂ ਹੋਰ ਤੇ ਹੋਰ ਉਹ ਆਪਣੀ 70 ਰੁਪਏ ਮਾਹਵਾਰ ਤਨਖਾਹ ਵਿੱਚ ਘਰ ਲਈ ਇੱਕ ਰਜ਼ਾਈ ਵੀ ਮੁੱਲ ਨਹੀਂ ਸੀ ਲੈ ਸਕਿਆ। ਸੀਤੋ ਨੇ ਨਾ ਸੁਣਿਆ, ਸ਼ਾਇਦ ਖੰਘ ਛਿੜੀ ਹੋਣ ਕਰਕੇ। ਡਾਕਟਰ ਨੇ ਕਿਹਾ ਸੀ, ਜੇ ਗਲਿਆਂ ਦਾ ਆਪਰੇਸ਼ਨ ਛੇਤੀ ਨਾ ਹੋਇਆ ਤਾਂ ਇਹਦੇ ਕੰਨਾਂ ਨੂੰ ਵੀ ਕਸਰ ਹੋ ਜਾਏਗੀ। ਸੀਤੋ ਦੀ ਮਾਂ ਚੌਂਕਾ ਭਾਂਡਾ ਸਾਂਭ ਕੇ ਆ ਗਈ ਤੇ ਆਪਣੇ ਮੰਜੇ ਉੱਤੇ ਫਿੱਸੀਆਂ ਪੁਰਾਣੀਆਂ ਖੇਸੀਆਂ ਦਰੀਆਂ ਜੋੜਨ ਲੱਗੀ। ਸੀਤੋ ਦੀ ਮਾਂ, ਅੱਜ ਤੂੰ ਮੇਰੀ ਰਜ਼ਾਈ ਲੈ ਲੈ ਤੇ ਮੈਂ ਖੇਸੀਆਂ ਵਿੱਚ ਸੋ ਰਹਿਣਾ ਹਾਂ। ਨਾ ਜੀ, ਮੈਂ ਤੇ ਸਾਰਾ ਦਿਨ ਘਰ ਧੁੱਪ ਸੇਕਦੀ ਰਹਿੰਦੀ ਹਾਂ ਤੇ ਤੁਸੀਂ ਸਵੇਰ ਸਾਰ ਇਹਨਾਂ 3 ਕੱਪੜਿਆਂ ਨਾਲ ਇੰਨੀ ਮਜਲ ਕਰਕੇ ਦੂਜੇ ਪਿੰਡ ਪੜ੍ਹਾਉਣ ਜਾਣਾ ਹੁੰਦਾ ਏ, ਤੇ ਫਿਰ ਸਕੂਲੋਂ ਵੀ ਗਾਂ ਰਾਏ ਸਾਹਿਬ ਦੇ ਬੰਗਲੋ ਟਿਊਸ਼ਨ ਪੜ੍ਹਾ ਕੇ ਕਿਤੇ ਸੋਤੇ ਪਏ ਪਰਤਦੇ ਹੋ। ਜੇ ਰਾਤੀ ਵੀ ਰਤਾ ਤੁਹਾਨੂੰ ਰਜ਼ਾਈ ਦਾ ਰਮਾਨ ਨਾ ਮਿਲਿਆ ਤਾਂ ਸਵੇਰੇ ਕਿਵੇਂ ਇਸ ਔਖੇ ਰਿਜ਼ਕ ਦੀ ਚੱਕੀ ਪੀਹੋਗੇ? ਭਾਗਵੰਤੀ ਅੱਜ ਸਾਰਾ ਦਿਨ ਠੰਡ ਵਿੱਚ ਬੱਚਿਆਂ ਦੇ ਕੱਪੜੇ ਤੇ ਜਿਹੜੇ ਵੀ ਮਾੜੇ ਮੋਟੇ ਬਿਸਤਰੇ ਘਰ ਹੈ ਸਨ ਉਹ ਧੋਂਦੀ ਰਹੀ ਸੀ, ਤੇ ਹੁਣ ਉਹਦੇ ਪਾਸੇ ਪੀੜ ਕਰ ਰਹੇ ਸਨ। ਪਰ ਫਿਰ ਵੀ ਉਹ ਵਾਰੋ ਵਾਰ ਆਪਣੇ ਹਰ ਬੱਚੇ ਉੱਤੇ ਸਾਂਝੀਆਂ ਰਜ਼ਾਈਆਂ ਠੀਕ ਠਾਕ ਕਰਨ ਲੱਗ ਪਈ। 3 ਕੱਪੜਿਆਂ ਨਾਲ ਤੇ ਮਾਸਟਰ ਈਸ਼ਰਦਾਸ ਨੂੰ ਆਪਣੀ ਰਜ਼ਾਈ ਦੇ ਵਿੱਚ ਵੀ ਕਾਂਬਾ ਛਿੜ ਗਿਆ। ਸਵੇਰੇ ਉਹ 3 ਕੋਹ ਚੱਲ ਕੇ ਆਪਣੀ ਨੌਕਰੀ ਉੱਤੇ ਪੁੱਜਦਾ ਸੀ। ਉਹਦੇ ਕੋਲ ਕਿੰਨੇ ਹੀ ਵਰਿਆਂ ਤੋਂ ਕੋਈ ਕੋਟ ਨਹੀਂ ਸੀ, ਸਵੈਟਰ ਵੀ ਕੋਈ ਨਹੀਂ ਸੀ। ਸਕੂਲੇ ਪੁੱਜ ਕੇ ਪਹਿਲੀ ਘੰਟੀ ਵਿੱਚ ਤਾਂ ਉਹ ਹਾਜ਼ਰੀ ਲਾਉਣ ਲਈ ਕਲਮ ਵੀ ਆਪਣੀਆਂ ਉਂਗਲਾਂ ਵਿੱਚ ਨਹੀਂ ਸੀ ਫੜ ਸਕਦਾ। ਅੱਗੇ ਸ਼ਾਮੀ ਤਾਂ ਉਹ ਸਵਖਤੇ ਪਰਤਨ ਕਰਕੇ ਪਾਲੇ ਤੋਂ ਬਚ ਜਾਂਦਾ ਸੀ, ਪਰ ਹੁਣ ਉਹਨੇ 100 ਸਿਫਾਰਸ਼ਾਂ ਪਵਾ ਕੇ ਰਾਏ ਸਾਹਿਬ ਦੇ ਪੁੱਤਰ ਦੀ ਟਿਊਸ਼ਨ ਲੈ ਲਈ ਸੀ। ਸਕੂਲੋਂ ਛੁੱਟੀ ਮਗਰੋਂ ਕੋਹ ਵਾਟ ਉੱਤੇ ਰਾਏ ਸਾਹਿਬ ਦੇ ਬੰਗਲੇ ਵਿੱਚ ਉਹ ਰਾਏਜ਼ਾਦੇ ਨੂੰ ਪੜ੍ਹਾਉਣ ਜਾਂਦਾ ਸੀ, ਤੇ ਰਾਏਜ਼ਾਦਾ ਕਿਹੜਾ ਜਾਂਦਿਆਂ ਅੱਗੋਂ ਪੜ੍ਹਨ ਲਈ ਤਿਆਰ ਬੈਠਾ ਹੁੰਦਾ ਸੀ। ਕਦੇ ਉਹ ਮਟਕ ਚਾਹ ਪੀ ਰਿਹਾ ਹੁੰਦਾ ਤੇ ਕਦੇ ਉਹਦੇ ਲਈ ਕੋਈ ਉਚੇਚਾ ਪਕਵਾਨ ਬਣਦਾ ਹੁੰਦਾ,
ਤੇ ਇਹ ਖਾ ਕੇ ਕਿਤੇ ਉਹ ਮਾਸਟਰ ਕੋਲ ਆਂਦਾ। ਸੋ ਭਾਵੇਂ ਰਾਇਜ਼ਾਦੇ ਨੂੰ 1 ਘੰਟਾ ਹੀ ਪੜ੍ਹਾਉਣਾ ਹੁੰਦਾ ਸੀ, ਪਰ ਪੂਰੇ 2 ਘੰਟੇ ਉਹਨੂੰ ਰਾਏ ਸਾਹਿਬ ਦੇ ਬੰਗਲੇ ਰਹਿਣਾ ਪੈਂਦਾ ਸੀ। ਇਸ 2 ਕੋਹ ਦੇ ਵਲੇ 2 ਘੰਟਿਆਂ ਦੀ ਮਗਜ਼ਮਾਰੀ ਤੇ ਤਰਕਾਲੀ ਪਰਤਦਿਆਂ ਫੇਰ ਸਵੇਰ ਵਾਂਗ ਦੰਦੋੜ ਕੇ ਲੁਆਉਣ ਦਾ ਮੁੱਲ ਉਹਨੂੰ 15 ਰੁਪਏ ਮਹੀਨਾ ਮਿਲਦਾ ਸੀ ਤੇ ਕੁੱਲ 3 ਮਹੀਨੇ ਟਿਊਸ਼ਨ ਇਹ ਰਹਿਣੀ ਸੀ। 15 ਤੀਏ 45। ਇੱਕ ਰਜ਼ਾਈ ਆਖਰ ਬਣ ਜਾਏਗੀ ਸੀਤੋ ਦੀ ਮਾਂ ਲਈ ਤੇ ਸੀਤੋ ਦੇ ਆਪਰੇਸ਼ਨ ਦੀ ਫੀਸ ਵੀ ਸ਼ਾਇਦ ਸਰ ਜਾਏ। ਮਾਰਚ ਤੱਕ ਡਾਕਟਰ ਨੇ ਦੱਸਿਆ ਸੀ ਆਪਰੇਸ਼ਨ ਹੋ ਸਕਦੇ ਨੇ ਤੇ ਸੀਤੋ ਲਈ ਪਾਈਆ ਦੁੱਧ। ਭਾਗਵੰਤੀ ਨੇ ਆਪਣੇ ਮੰਜੇ ਉੱਤੇ ਲੇਟਦਿਆਂ ਕਿਹਾ, ਹੁਣ ਜਦੋਂ ਟਿਊਸ਼ਨ ਦੇ ਪੈਸੇ ਆਣ ਤਾਂ ਉਹ ਮੈਨੂੰ ਦੇ ਦੇਣਾ। ਮੈਂ ਤੁਹਾਨੂੰ ਇੱਕ ਸਵੈਟਰ ਹੀ ਉਣ ਦਿਆਂ। ਇੰਨੀ ਠੰਡ 3 ਕੱਪੜਿਆਂ ਨਾਲ ਝਾਕਦੇ ਹੋ, ਰੱਬ ਨਾ ਕਰੇ ਜੇ ਕਿਤੇ ਕੋਈ ਹਰਜ ਮਰਜ ਹੋ ਗਈ। ਭਾਗਵੰਤੀ ਆਪਣੇ ਕੱਕਰ ਵਰਗੇ ਬਿਸਤਰੇ ਵਿੱਚ ਗੁੱਛਾ ਮੁੱਛਾ ਹੋਈ ਕੰਬ ਰਹੀ ਸੀ ਤੇ ਕਾਂਬਾ ਉਹਦੀ ਆਵਾਜ਼ ਵਿੱਚ ਵੀ ਸੀ। ਮੈਨੂੰ ਸਵੈਟਰ ਦੀ ਲੋੜ ਨਹੀਂ, ਮੈਂ ਇੱਕ ਕੋਟ ਅੱਜ ਲੈ ਆਂਦਾ ਏ। ਕਿੱਥੇ ਜੇ ਕੋਟ? ਮੈਨੂੰ ਤਾਂ ਤੁਸੀਂ ਵਿਖਾਇਆ ਹੀ ਨਹੀਂ। ਤੇ ਲੈ ਕਿਵੇਂ ਲਿਆ ਜੇ? ਹਾਲੀ ਨਾ ਤਨਖਾਹ ਜੁੜੀ ਏ ਤੇ ਨਾ ਟਿਊਸ਼ਨ ਦੇ ਪੈਸੇ। ਸੀਤੋ ਨੂੰ ਖੰਘ ਫੇਰ ਆਫਤਾਂ ਦੀ ਛਿੜ ਪਈ ਸੀ। ਭਾਗਵੰਤੀ ਉਹਦੀ ਮੰਜੀ ਉੱਤੇ ਉਹਦੀ ਛਾਤੀ ਮਲਣ ਚਲੀ ਗਈ। ਮਾਸਟਰ ਈਸ਼ਰ ਦਾਸ ਨੇ ਕੋਟ ਆਪਣੇ ਘਰ ਦੇ ਕਿਸੇ ਜੀ ਨੂੰ ਨਹੀਂ ਸੀ ਵਿਖਾਇਆ। ਜੇ ਉਹ ਘਰ ਕੋਟ ਪਾ ਕੇ ਆ ਜਾਂਦਾ ਤਾਂ ਭਾਗਵੰਤੀ ਤੇ ਸੀਤੋ ਦੇ ਸਿਵਾ ਉਹਨੂੰ ਹੋਰ ਕਿਸੇ ਨੇ ਸ਼ਾਇਦ ਸਿਆਣਾ ਹੀ ਨਹੀਂ ਸੀ। 3 ਛੋਟਿਆਂ ਨੂੰ ਜਦੋਂ ਦੀ ਸੰਭਾਲ ਆਈ ਸੀ, ਉਦੋਂ ਤੋਂ ਹੀ ਕਦੇ ਉਹਦੇ ਕੋਲ ਕੋਟ ਨਹੀਂ ਸੀ ਹੋਇਆ। ਆਪਣੇ ਵਿਆਹ ਉੱਤੇ ਉਹਨੇ ਇੱਕ ਗਰਮ ਕੋਟ ਸਵਾਇਆ ਸੀ ਜਿਹੜਾ ਕਿੰਨੇ ਹੀ ਵਰੇ ਚੱਲਦਾ ਰਿਹਾ ਸੀ, ਪਰ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸੀ ਤੇ ਉਹ ਪਾਕਿਸਤਾਨੋਂ ਇੱਧਰ ਆਏ ਸਨ, ਉਹ ਗਰਮ ਕੋਟ ਪਾਕਿਸਤਾਨ ਵਿੱਚ ਹੀ ਰਹਿ ਗਿਆ ਸੀ ਤੇ ਉਸ ਤੋਂ ਮਗਰੋਂ ਨਵਾਂ ਕੋਟ ਨਹੀਂ ਸੀ ਬਣ ਸਕਿਆ। ਤੇ ਅੱਜ ਉਹ ਕੋਟ ਲੈ ਆਇਆ ਸੀ, ਪਰ ਉਹਨੇ ਇਹ ਕੋਟ ਆਪਣੀ ਵਹੁਟੀ ਨੂੰ ਨਹੀਂ ਸੀ ਵਿਖਾਇਆ। ਜਿਹੜਾ ਕੋਟ ਪਾਕਿਸਤਾਨ ਰਹਿ ਗਿਆ ਸੀ, ਉਹਦੇ ਵਿਆਹ ਦਾ ਕੋਟ ਉਹਦੇ ਖੱਬੇ ਪਾਸੇ ਦੇ ਕਾਲਰ ਕੋਲ ਸ਼ੌਕੀਨ ਸ਼ਹਿਰੀ ਦਰਜ਼ੀ ਨੇ ਫੁੱਲ ਟੰਗਣ ਲਈ ਥਾਂ ਬਣਾਈ ਹੋਈ ਸੀ। ਵਿਆਹ ਤੋਂ ਕੁਝ ਚਿਰ ਪਿੱਛੋਂ ਹੀ ਉਹਦੀ ਵਹੁਟੀ ਨੇ ਇਹਦੇ ਵਿੱਚ ਇੱਕ ਫੁੱਲ ਟੰਗ ਕੇ ਉਹਨੂੰ ਪੁੱਛਿਆ ਸੀ, ਇਸ ਫੁੱਲ ਦਾ ਨਾਂ ਪਤਾ ਜੇ? ਉਹਨੇ ਜਾਣਦਿਆਂ ਹੋਇਆਂ ਵੀ ਅੱਗੋਂ ਨਾਂ ਵਿੱਚ ਸਿਰ ਹਿਲਾ ਦਿੱਤਾ ਸੀ ਤੇ ਮੁਟਿਆਰ ਭਾਗਵੰਤੀ ਨੇ ਇਹ ਲਟਕ ਨਾਲ ਕਿਹਾ ਸੀ, ਇਸ਼ਕ ਪੇਚਾ। ਤੇ ਕਹੀ ਲਾਲੀ ਸੀ ਉਹ ਜਿਹਦੀ ਲਹਿਰ ਉਦੋਂ ਉਹਦੀਆਂ ਗੱਲਾਂ ਉੱਤੇ ਫਿਰ ਗਈ ਸੀ। ਤੇ ਕੋਟ ਅੱਜ ਮਾਸਟਰ ਈਸ਼ਰ ਦਾਸ ਨੇ ਭਾਗਵੰਤੀ ਨੂੰ ਨਹੀਂ ਸੀ ਵਿਖਾਇਆ। ਕੱਲ ਤੋਂ ਉਹ ਸਕੂਲੋਂ ਮੁੜਦਿਆਂ ਸਾਰੀ ਵਾਟ ਇਹ ਕੋਟ ਪਾ ਕੇ ਆਉਂਦਾ ਸੀ, ਪਰ ਘਰ ਵੱਲ ਮੁੜਦੀ ਗਲੀ ਤੋਂ ਪਹਿਲਾਂ ਹੀ ਇਹਨੂੰ ਲਾ ਕੇ ਪੁਰਾਣੀ ਅਖਬਾਰ ਵਿੱਚ ਵਲੇਟ ਲੈਂਦਾ ਸੀ ਤੇ ਘਰ ਵੜਦਿਆਂ ਹੀ ਅੱਖ ਬਚਾ ਕੇ ਲੁਕਾ ਛੱਡਦਾ ਸੀ, ਕਿਉਂਕਿ ਇਹ ਕੋਟ ਉਹਨੇ ਸਵਾਇਆ ਨਹੀਂ ਸੀ, ਮੰਗ ਕੇ ਲਿਆ ਸੀ। ਜਦੋਂ ਉਹ ਛੋਟੇ ਹੁੰਦਿਆਂ ਸਕੂਲ ਵਿੱਚ ਪੜ੍ਹਦਾ ਹੁੰਦਾ ਸੀ, ਉਦੋਂ ਉਹਦੇ ਪਿਓ ਨੇ ਉਹਨੂੰ ਕਹਾਣੀ ਸੁਣਾਈ ਸੀ। ਇੱਕ ਮੁੰਡੇ ਨੇ ਪੁਰਾਣੀਆਂ ਕਿਤਾਬਾਂ ਕਿਸ ਕੋਲੋਂ ਮੰਗ ਕੇ ਪੜ੍ਹਾਈ ਸ਼ੁਰੂ ਕਰ ਦਿੱਤੀ ਤੇ ਉਹਨੂੰ ਤਪਦਿਕ ਹੋ ਗਈ। ਪੁਰਾਣੀਆਂ ਕਿਤਾਬਾਂ ਵਿੱਚ ਪੁਰਾਣੇ ਬਿਮਾਰ ਮਾਲਕ ਦੇ ਤਪਦਿਕ ਦੇ ਜਰਮ ਪਏ ਹੋਏ ਸਨ ਤੇ ਛੋਟੇ ਹੁੰਦਿਆਂ ਈਸ਼ਰ ਦਾਸ ਨੇ ਜਦੋਂ ਇੱਕ ਵਾਰ ਆਪਣੇ ਗੁਆਂਢੋਂ ਮੰਗ ਕੇ ਕੁਝ ਮਠਿਆਈ ਖਾਧੀ ਸੀ ਤਾਂ ਉਹਦੇ ਪਿਓ ਨੇ ਪਹਿਲਾਂ ਉਹਨੂੰ 2 ਚਪੇੜਾਂ ਮਾਰੀਆਂ ਸਨ ਤੇ ਫਿਰ ਮਠਿਆਈ ਦਾ ਥਾਲ ਮੰਗਾ ਕੇ ਉਹਦੇ ਸਾਹਮਣੇ ਰੱਖ ਕੇ ਕਿਹਾ ਸੀ, ਖਾ ਲੈ ਜੋ ਵੀ ਰੂਹ ਕਰਦਾ ਈ, ਪਰ ਖਬਰਦਾਰ ਜੇ ਕਿਸੇ ਕੋਲੋਂ ਮੰਗ ਕੇ ਕਦੀ ਕੁਝ ਲਿਆ। ਤੇ ਇਹ ਗਰਮ ਕੋਟ ਉਹਨੇ ਕੱਲ ਮੰਗ ਕੇ ਲਿਆ ਸੀ। ਸੀਤੋ ਦੀ ਖੰਘ ਕੁਝ ਮੱਠੀ ਹੋਈ। ਭਾਗਵੰਤੀ ਈਸ਼ਰ ਦਾਸ ਦੇ ਮੰਜੇ ਉੱਤੇ ਆਣ ਬੈਠੀ। ਤੇ ਦੱਸੋ ਵੀ ਕਿਹੜੇ ਰੰਗ ਦਾ ਜੇ ਕੋਟ? ਉਧਾਰ ਫੜਿਆ ਜੇ ਕਿਤੋਂ? ਨਹੀਂ, ਮੈਂ ਤਾਂ ਐਵੇਂ ਤੈਨੂੰ ਝੁਕਾਉਂਦਾ ਸਾਂ ਪਿਆ।
ਇੱਕ ਅਕਹਿ ਪੀੜ ਨਾਲ ਈਸ਼ਰ ਦਾਸ ਨੇ ਕਿਹਾ, ਸਾਡੇ ਨਸੀਬਾਂ ਵਿੱਚ ਕਿੱਥੇ ਵੇ ਗਰਮ ਕੋਟ। ਰੱਖ ਸਾਈਂ ਦੀ, ਐਵੇਂ ਨਾ ਕੋਸਿਆ ਕਰੋ ਆਪਣੇ ਨਸੀਬਾਂ ਨੂੰ। ਭਾਗਵੰਤੀ ਨੇ ਬੜੀ ਤਕੜਾਈ ਨਾਲ ਕਹਿਣਾ ਚਾਹਿਆ, ਪਰ ਪਤਾ ਨਹੀਂ ਕਿਉਂ ਉਹਦਾ ਰੋਣ ਨਿਕਲ ਗਿਆ। ਭਾਗਵੰਤੀ ਬੜੇ ਤਕੜੇ ਜਿਗਰੇ ਵਾਲੀ ਤੀਵੀਂ ਸੀ। ਉਹ ਹਾਈ ਮਾਈ ਕਦੇ ਨਹੀਂ ਸੀ ਰੋਂਦੀ, ਪਰ ਇਸ ਵੇਲੇ ਪਤਾ ਨਹੀਂ ਕਿਉਂ ਉਸ ਤੋਂ ਰੋਣ ਨਾ ਹੀ ਠੱਲਿਆ ਗਿਆ ਤੇ ਉਹਨੇ ਆਪਣਾ ਸਿਰ ਪਤੀ ਦੀ ਹਿੱਕ ਉੱਤੇ ਰੱਖ ਦਿੱਤਾ। ਦੋਵਾਂ ਦੀਆਂ ਹਿੱਕਾਂ ਵਿਚਕਾਰ ਇੰਨੇ ਵਰਿਆਂ ਦੀ ਤਰਾਪੜਾ ਹੋਈ ਰਜ਼ਾਈ ਸੀ ਤੇ ਭਾਗਵੰਤੀ ਦੇ ਗਰਮ ਗਰਮ ਗਲੇਡੂ ਪਹਿਲਾਂ ਰਜ਼ਾਈ ਵਿੱਚ ਜੀਰੇ ਜਾਂਦੇ ਰਹੇ ਤੇ ਫਿਰ ਮਾਸਟਰ ਦੇ ਹੱਥਾਂ ਵਿੱਚ, ਤੇ ਉਹ ਰੋਂਦੀ ਰਹੀ। ਮਾਸਟਰ ਈਸ਼ਰ ਦਾਸ ਨੇ ਬੜੀ ਨਰਮਾਈ ਨਾਲ ਆਪਣੇ ਬੱਚਿਆਂ ਦੀ ਮਾਂ ਨੂੰ ਆਪਣੀ ਰਜ਼ਾਈ ਵਿੱਚ ਕਰ ਲਿਆ। ਨੀਂਦਰ ਵਾਂਗ ਰੋਣ ਆਪ ਮੁਹਾਰੇ ਭਾਗਵੰਤੀ ਨੂੰ ਆਉਂਦਾ ਗਿਆ ਤੇ ਇੰਨੇ ਚਿਰਾਂ ਤੋਂ ਉਹਦੇ ਹੱਡਾਂ ਵਿੱਚ ਜੰਮੇ ਕੱਕਰ ਨੂੰ ਜਿਵੇਂ ਇਹ ਰੋਣ ਕੁਝ ਪੰਘਰਾ ਰਿਹਾ ਸੀ। ਹੱਡ ਭੰਨ ਕੰਮ ਨਾਲ ਪੀੜ ਪੀੜ ਉਹਦੇ ਅੰਗਾਂ ਨੂੰ ਜਿਵੇਂ ਇਹ ਰੋਣ ਕੋਈ ਸੁਖਾਵੀ ਜਹੀ ਟਕੋਰ ਕਰੀ ਜਾ ਰਿਹਾ ਸੀ ਤੇ ਉਹ ਕਿੰਨੀਆਂ ਹੀ ਰਜ਼ਾਈਆਂ ਵਿੱਚ ਵਲੇਟੀ ਅਲਸਾਈ ਪਈ ਸੀ ਤੇ ਰਜ਼ਾਈਆਂ ਵਿੱਚ ਰੂਹ ਨਹੀਂ, ਧੁੱਪਾਂ ਬੰਦ ਸਨ। ਸਵੇਰੇ ਸਵੇਰੇ ਸਕੂਲ ਜਾਣ ਲਈ ਜਦੋਂ ਮਾਸਟਰ ਈਸ਼ਰ ਦਾਸ ਘਰੋਂ ਬਾਹਰ ਨਿਕਲਿਆ ਤਾਂ ਪੁਰਾਣੀ ਅਖਬਾਰ ਵਿੱਚ ਵਲੇਟਿਆ ਕੋਟ ਉਹਨੇ ਕੱਛ ਥੱਲੇ ਲੁਕਾਇਆ ਹੋਇਆ ਸੀ। ਬੜੀ ਠੰਡ ਸੀ ਤਾਂ ਵੀ ਉਹਨੇ ਕੋਟ ਆਪਣੀ ਗਲੀ ਪਾਰ ਕਰਕੇ ਹੀ ਪਾਇਆ। ਭਾਵੇਂ ਮੰਗਿਆ ਕੋਟ ਸੀ, ਪਰ ਫੇਰ ਵੀ ਵਾਹਵਾ ਨਿੱਘਾ ਸੀ। ਰਾਏ ਸਾਬਣੀ ਨੇ ਕੋਟ ਦਿੰਦਿਆਂ ਕਿਹਾ ਸੀ, ਇਹ ਰਾਏ ਸਾਹਿਬ ਨੇ ਵਲੈਤ ਵਿੱਚ ਸਵਾਇਆ ਸੀ। ਰਾਏ ਸਾਹਿਬ ਨੇ ਕਿਹਾ ਸੀ, ਅਨਪੜ੍ਹਾਂ ਨੂੰ ਸਾਰੇ ਮੁਲਕੀ ਵਲੈਤ ਨੇ, ਇਹ ਆਸਟਰੀਆ ਵਿੱਚ ਮੈਂ ਸਵਾਇਆ ਸੀ। ਮਾਸਟਰ ਜੀ, ਸਾਈਕੋਲੋਜੀ ਦੀ ਸਾਇੰਸ ਸੁਣੀ ਜੇ ਨਾ, ਆਸਟਰੀਆ ਵਿੱਚ ਸਾਈਕੋਲੋਜੀ ਦੇ ਵੱਡੇ ਵੱਡੇ ਗੁਰੂ ਰਹਿੰਦੇ ਨੇ। ਤੇ ਰਾਏ ਸਾਹਿਬ ਉਦੋਂ ਸਾਈਕੋਲੋਜੀ ਦੀ ਇੱਕ ਮੋਟੀ ਜਿਹੀ ਕਿਤਾਬ ਲੈ ਕੇ ਆਪਣੇ ਕਮਰੇ ਵੱਲ ਚਲੇ ਗਏ ਸਨ। ਰਾਏ ਸਾਬਣੀ ਇੱਕ ਦੇਵੀ ਸੀ। ਜੇ ਹੋਰ ਕੋਈ ਦਿੰਦਾ ਤਾਂ ਮਾਸਟਰ ਨੂੰ ਕੋਟ ਲੈਣ ਦਾ ਉੱਕਾ ਹੀ ਆਣਾ ਪੈਂਦਾ। ਪਰਸੋਂ ਸ਼ਾਮੀ ਝੱਖੜ ਝਾਂਜਾ ਜਿਹਾ ਸੀ ਤੇ ਉਹ ਠੰਡ ਸੀ ਕਿ ਰਹੇ ਰੱਬ ਦਾ ਨਾਂ। ਨਾਲੇ ਮਾਸਟਰ ਦਾ ਜੀ ਵੀ ਰਾਜ਼ੀ ਨਹੀਂ ਸੀ। ਰਾਏਜ਼ਾਦੇ ਨੂੰ ਪੜ੍ਹਾ ਚੁੱਕਣ ਪਿੱਛੋਂ ਬੜੀ ਦੇਰ ਮਗਦੀ ਅੰਗੀਠੀ ਕੋਲੋਂ ਉੱਠਣ ਨੂੰ ਉਹਦਾ ਚਿੱਤ ਹੀ ਨਹੀਂ ਕੀਤਾ। ਅਖੀਰ ਜਦੋਂ ਉਹ ਉੱਠਿਆ ਤਾਂ ਬਰਾਂਡੇ ਵਿੱਚ ਹੀ ਉਹਨੂੰ ਉਤੋੜਤੀ ਕਿੰਨੀਆਂ ਹੀ ਨਿੱਛਾਂ ਛਿੜ ਗਈਆਂ ਤੇ ਫੇਰ ਇੱਕ ਘੇਰਨੀ ਜਿਹੀ ਆਈ। ਸਬੱਬ ਨਾਲ ਨੇੜਿਓਂ ਰਾਏ ਸਾਬਣੀ ਲੰਘੀ। ਉਹਨੇ ਪੁੱਛਿਆ, ਕੀ ਜੇ ਮਾਸਟਰ ਜੀ? ਨਹੀਂ, ਕੁਝ ਨਹੀਂ, ਐਵੇਂ ਠੰਡ ਜਿਹੀ ਲੱਗ ਗਈ ਹੈ, ਸੁਰਤ ਸੰਭਾਲ ਕੇ ਮਾਸਟਰ ਨੇ ਕਿਹਾ। ਤੇ ਤੁਸੀਂ ਜਾਣਾ ਵੀ ਤੇ 4 ਕੋਹ ਹੈ ਪੂਰਾ, ਇਸ ਕੱਕਰ ਵਿੱਚ ਕੋਈ ਕੋਟ ਸ਼ੋਟ ਪਾ ਕੇ ਆਇਆ ਕਰੋ। ਮਾਸਟਰ ਨੇ ਪਹਿਲਾਂ ਰਾਏ ਸਾਬਣੀ ਵੱਲ ਤੱਕਿਆ ਤੇ ਫੇਰ ਨੀਵੀਂ ਪਾ ਲਈ ਤੇ ਪਤਾ ਨਹੀਂ ਉਹਦੇ ਕੋਲੋਂ ਕਿਵੇਂ ਬੇਵੱਸਿਆ ਨਿਕਲ ਗਿਆ। ਕੋਟ ਤੇ ਮਾਤਾ ਜੀ ਮੇਰੇ ਕੋਲ ਹੈ ਨਹੀਂ ਤੇ ਸਵੈਟਰ ਵੀ ਕੋਈ ਨਹੀਂ। ਮਾਸਟਰ ਦੀਆਂ ਅੱਖਾਂ ਵਿੱਚ ਤੱਕ ਕੇ ਰਾਏ ਸਾਬਣੀ ਕੰਬ ਗਈ ਸੀ। ਅੱਗੇ ਕਦੇ ਮਾਸਟਰ ਨੇ ਰਾਏ ਸਾਬਣੀ ਨੂੰ ਮਾਤਾ ਜੀ ਨਹੀਂ ਸੀ ਕਿਹਾ, ਭਾਵੇਂ ਉਹ ਕਈ ਵਾਰ ਸੋਚਦਾ ਹੁੰਦਾ ਸੀ ਕਿ ਰਾਏ ਸਾਬਣੀ ਦੀ ਸੂਰਤ ਤੇ ਸੀਰਤ ਦੋਵੇਂ ਉਹਦੀ ਆਪਣੀ ਮਰ ਚੁੱਕੀ ਮਾਂ ਨਾਲ ਕਿੰਨੀਆਂ ਰਲਦੀਆਂ ਹਨ। ਉਹ ਉਹਨੂੰ ਇੱਕ ਮਾਂ ਵਾਂਗ ਅੰਦਰ ਅੰਗੀਠੀ ਕੋਲ ਲੈ ਗਈ ਸੀ ਤੇ ਫਿਰ ਆਪ ਉਹਦੇ ਲਈ ਚਾਹ ਭਿਜਵਾਣ ਰਸੋਈ ਵੱਲ ਚਲੀ ਗਈ ਸੀ। ਕੁਝ ਚਿਰ ਇਕੱਲਿਆਂ ਉਹ ਅੰਗੀਠੀ ਸੇਕਦਾ ਰਿਹਾ ਸੀ। ਫਿਰ ਇੱਕ ਨੌਕਰ ਉਹਨੂੰ ਗਰਮ ਗਰਮ ਚਾਹ ਤੇ ਨਾਲ ਕੁਝ ਖਾਣ ਨੂੰ ਦੇ ਗਿਆ ਸੀ। ਮਾਸਟਰ ਨੇ ਬੜੀ ਨਾ ਨੁੱਕਰ ਕੀਤੀ, ਪਰ ਨੌਕਰ ਨੇ ਕਿਹਾ ਸੀ, ਬੀਬੀ ਜੀ ਦਾ ਹੁਕਮ ਏ, ਤੇ ਚਾਹ ਦਾ ਗਲਾਸ ਅਣਮੰਨਿਆ ਜਿਹਾ ਉਹਨੇ ਫੜ ਲਿਆ ਸੀ। ਚਾਹ ਉੱਤੇ ਮਲਾਈ ਦੀ ਇੱਕ ਮੋਟੀ ਤਹਿ ਤਰ ਰਹੀ ਸੀ। ਹਾਲੀ ਚਾਹ ਦਾ ਗਲਾਸ ਮੁੱਕਿਆ ਹੀ ਸੀ ਕਿ ਰਾਏ ਸਾਬਣੀ ਇੱਕ ਗਰਮ ਕੋਟ ਲੈ ਕੇ ਆ ਗਈ ਸੀ।
ਮਾਸਟਰ ਜੀ ਇਹ ਲੈ ਲਓ ਤੁਸੀਂ। ਨਹੀਂ ਮਾਤਾ ਜੀ ਦਾ ਹੁਕਮ ਹੀ ਸਮਝ ਲਓ। ਤੇ ਜਿਸ ਤਰ੍ਹਾਂ ਡਰਿਲ ਕਰਦਿਆਂ ਖੱਬੇ ਜਾਂ ਸੱਜੇ ਭੌਣ ਦਾ ਹੁਕਮ ਸੁਣ ਕੇ ਬਿਨਾਂ ਸੋਚੇ ਭੌਂ ਜਾਈਦਾ ਹੈ, ਉਸੇ ਤਰ੍ਹਾਂ ਮਾਸਟਰ ਨੇ ਕੋਟ ਲੈ ਲਿਆ ਸੀ। ਉਹ ਕੁਝ ਵੀ ਨਹੀਂ ਸੀ ਕਹਿ ਸਕਿਆ, ਧੰਨਵਾਦ ਦਾ ਇੱਕ ਲਫ਼ਜ਼ ਵੀ ਨਹੀਂ। ਇਸ ਵੇਲੇ ਉੱਤੋਂ ਰਾਏ ਸਾਹਿਬ ਆ ਗਏ ਸਨ ਤੇ ਆਸਟਰੀਆ ਵਿੱਚ ਕੋਟ ਸਵਾਉਣ ਦਾ ਤੇ ਸਾਈਕੋਲੋਜੀ ਦਾ ਜ਼ਿਕਰ ਹੋਇਆ ਸੀ ਤੇ ਪਰਸੋਂ ਤੋਂ ਇਹੀ ਕੋਟ ਪਾ ਕੇ ਉਹ ਘਰ ਜਾ ਰਿਹਾ ਸੀ। ਕੱਲ ਤੋਂ ਇਹੀ ਕੋਟ ਪਾ ਕੇ ਉਹ ਘਰੋਂ ਆ ਰਿਹਾ ਸੀ, ਪਰ ਘਰ ਵੜਨ ਤੋਂ ਪਹਿਲਾਂ ਹੀ ਉਹ ਇਸ ਕੋਟ ਨੂੰ ਪੁਰਾਣੀ ਅਖਬਾਰ ਵਿੱਚ ਵਲੇਟ ਕੇ ਲੁਕਾ ਲੈਂਦਾ ਸੀ ਤੇ ਸਵੇਰੇ ਘਰੋਂ ਬਾਹਰ ਹੋ ਕੇ ਪਾਉਂਦਾ ਸੀ। ਸਕੂਲ ਵਿਚਲੇ ਹੋਰ ਮਾਸਟਰਾਂ ਨੂੰ, ਜਿਨ੍ਹਾਂ ਵਿੱਚੋਂ ਬਹੁਤੇ ਉਹਦੇ ਵਾਂਗ ਹੀ ਕੋਟ ਬਿਨਾਂ ਸਨ, ਉਹਨੇ ਝੂਠੋ ਝੂਠ ਇਸ ਕੋਟ ਬਾਰੇ ਕੁਝ ਦੱਸ ਛੱਡਿਆ ਸੀ। ਪਰ ਭਾਗਵੰਤੀ ਨੂੰ ਕੀ ਦੱਸੇ? ਰੋਜ਼ ਉਹ ਸੋਚਦਾ, ਇੰਜ ਸਮਝਾਏ ਨਹੀਂ ਇੰਜ ਸਮਝਾਏ, ਪਰ ਅਖੀਰ ਘਰ ਦੀਆਂ ਬਰੂਹਾਂ ਤੋਂ ਬਾਹਰ ਹੀ ਉਹ ਕੋਟ ਨੂੰ ਪੁਰਾਣੇ ਅਖਬਾਰ ਵਿੱਚ ਵਲੇਟ ਲੈਂਦਾ ਤੇ ਘਰ ਜਾ ਕੇ ਚੋਰੀ ਦੇ ਮਾਲ ਵਾਂਗ ਲੁਕਾ ਛੱਡਦਾ ਸੀ। ਕੱਲ ਉਹਨੇ ਇਹ ਕੋਟ ਰਾਏ ਸਾਬਣੀ ਨੂੰ ਮੋੜ ਦੇਣ ਦਾ ਫੈਸਲਾ ਕਰ ਲਿਆ ਸੀ, ਪਰ ਜਦੋਂ ਉਹਨੇ ਸ਼ਾਮ ਨੂੰ ਪੜ੍ਹਾ ਲੈਣ ਪਿੱਛੋਂ ਰਾਏਜ਼ਾਦੇ ਨੂੰ ਰਾਏ ਸਾਬਣੀ ਬਾਰੇ ਪੁੱਛਿਆ ਤਾਂ ਰਾਏਜ਼ਾਦੇ ਨੇ ਦੱਸਿਆ ਸੀ, ਮਾਤਾ ਜੀ ਮਾਮਾ ਜੀ ਕੋਲ ਅੰਮ੍ਰਿਤਸਰ ਇੱਕ ਹਫ਼ਤੇ ਲਈ ਗਏ ਹੋਏ ਨੇ। ਉਹ ਇਹ ਕੋਟ ਮਾਤਾ ਜੀ ਨੂੰ ਹੀ ਮੋੜ ਸਕਦਾ ਸੀ। ਮਾਤਾ ਜੀ ਦਾ ਹੁਕਮ ਹੀ ਸਮਝ ਲਓ, ਹੋਰ ਕਿਸੇ ਨੂੰ ਤਾਂ ਦੇ ਨਹੀਂ ਸੀ ਸਕਦਾ। ਤੇ ਹੁਣ ਉਹ ਉਹਨਾਂ ਦੇ ਅੰਮ੍ਰਿਤਸਰੋਂ ਵਾਪਸ ਆਉਣ ਦੀ ਉਡੀਕ ਕਰ ਰਿਹਾ ਸੀ। ਹਫ਼ਤਾ ਰਹਿੰਦਾ ਸੀ। ਇੰਨੇ ਦਿਨਾਂ ਮਗਰੋਂ ਉਹ ਕਿਤੇ ਕੋਟ ਮੋੜਨੋਂ ਨਾ ਕਰ ਦੇਣ ਤੇ ਉਹ ਸੀਤੋ ਦੀ ਮਾਂ ਨੂੰ ਕਿਵੇਂ ਸਮਝਾਏਗਾ? ਤੇ ਇੱਕ ਹਫ਼ਤਾ ਦੋਵੇਂ ਵੇਲੇ ਪੁਰਾਣੀ ਅਖਬਾਰ ਵਿੱਚ ਲੁਕਾ ਕੇ। ਇਸ ਕੋਟ ਨੇ ਇੱਕ ਜਾਲ ਜਿਹਾ ਮਾਸਟਰ ਈਸ਼ਰ ਦਾਸ ਦੇ ਦੁਆਲੇ ਤਣ ਲਿਆ ਸੀ। ਉਹਨੇ ਇਸ ਜਾਲ ਵਿੱਚੋਂ ਆਪਣੇ ਆਪ ਨੂੰ ਝੰਜੋੜ ਕੇ ਹੋਰ ਕਿਸੇ ਪਾਸੇ ਧਿਆਨ ਲਾਉਣ ਦਾ ਯਤਨ ਕੀਤਾ। 15 ਦਿਨ ਰਾਏਜ਼ਾਦੀ ਦੀ ਟਿਊਸ਼ਨ ਲੱਗਿਆਂ ਹੋ ਗਏ ਸਨ ਤੇ 2.5 ਮਹੀਨੇ ਟਿਊਸ਼ਨ ਹੋਰ ਰਹਿਣੀ ਸੀ। 15 ਰੁਪਏ ਮਹੀਨਾ, 15 ਤੀਏ 45, ਪੂਰੇ 45 ਰੁਪਏ ਮਾਰਚ ਨੂੰ ਇਮਤਿਹਾਨਾਂ ਦੇ ਨੇੜੇ ਉਹਨੂੰ ਮਿਲ ਜਾਣਗੇ। ਐਤਕੀ ਸੀਤੋ ਦਾ ਆਪਰੇਸ਼ਨ ਜ਼ਰੂਰ ਕਰਾਉਣਾ ਹੈ ਤੇ ਸੀਤੋ ਦੀ ਮਾਂ ਲਈ ਰਜ਼ਾਈ ਵੀ ਜ਼ਰੂਰ ਬਣਵਾ ਲੈਣੀ ਹੈ। ਰੂੰ ਤਾਂ ਭਾਗਵੰਤੀ ਨੇ ਕਿਰਸਾਂ ਕਰਕੇ ਜੋੜ ਹੀ ਲਿਆ ਹੋਇਆ ਹੈ। ਸਕੂਲੇ ਪੁੱਜ ਕੇ ਮੁੰਡਿਆਂ ਨੂੰ ਪੜ੍ਹਾਉਂਦਿਆਂ ਸਾਰਾ ਦਿਨ ਉਹਨੂੰ ਕੋਟ ਦਾ ਕੋਈ ਚੇਤਾ ਨਾ ਆਇਆ, ਪਰ ਅੱਜ ਜਦੋਂ ਵੀ ਜਮਾਤ ਵਿੱਚ ਕਿਸੇ ਮੁੰਡੇ ਨੂੰ ਖੰਘ ਛਿੜਦੀ ਤਾਂ ਸੀਤੋ ਉਹਦੀਆਂ ਅੱਖਾਂ ਸਾਹਮਣੇ ਆ ਖੜੋਂਦੀ। ਸੀਤੋ, ਤੂੰ ਹੁਣ ਰਤੀ ਵੀ ਝੋਰਾ ਨਾ ਲਾ ਪੁੱਤ, ਐਤਕੀ ਇਮਤਿਹਾਨਾਂ ਦੇ ਮਗਰੋਂ ਤੇਰਾ ਆਪਰੇਸ਼ਨ ਜ਼ਰੂਰ ਕਰਾ ਦਿਆਂਗਾ। ਉਹ ਮਨ ਹੀ ਮਨ ਵਿੱਚ ਆਪਣੀਆਂ ਅੱਖਾਂ ਸਾਹਮਣੇ ਫਿਰਦੀ ਸੀਤੋ ਨੂੰ ਕਹਿੰਦਾ। 15 ਤੀਏ 45, 15 ਚੌਕੇ 60, ਹੇਕ ਲਾ ਕੇ ਮੁੰਡੇ ਪਹਾੜੇ ਯਾਦ ਕਰ ਰਹੇ ਸਨ। 15 ਤੀਏ 45 ਤੇ ਮਾਸਟਰ ਈਸ਼ਰ ਦਾਸ ਸੋਚਦਾ ਰਿਹਾ, ਜਨਵਰੀ 15 ਰੁਪਏ, ਫਰਵਰੀ 30 ਰੁਪਏ, ਮਾਰਚ 45, ਰਜ਼ਾਈ ਜ਼ਰੂਰ, ਆਪਰੇਸ਼ਨ ਜ਼ਰੂਰ। ਸ਼ਾਮੀ ਟਿਊਸ਼ਨ ਪੜ੍ਹਾਉਂਦਿਆਂ ਰਾਏਜ਼ਾਦੇ ਵਿੱਚ ਉਹਨੂੰ ਕੁਝ ਤਬਦੀਲੀ ਜਾਪੀ। ਬਹੁਤਾ ਸਾਊ ਤਾਂ ਉਹ ਅੱਗੇ ਵੀ ਨਹੀਂ ਸੀ, ਪਰ ਅੱਜ ਉਹਦੀਆਂ ਅੱਖਾਂ ਵਿੱਚ ਅਮੋੜ ਜਿਹਾ ਖਰੂਦ ਛਿੜਿਆ ਹੋਇਆ ਸੀ। ਈਸ਼ਰਦਾਸ ਨੇ ਸੋਚਿਆ, ਮਾਂ ਘਰ ਨਹੀਂ, ਮੱਛਰ ਗਿਆ ਏ। ਮਾਸਟਰ ਨੇ ਚੁੱਪ ਕਰਕੇ ਉਹਦੀ ਸਵਾਲਾਂ ਦੀ ਕਾਪੀ ਤੱਕਣੀ ਸ਼ੁਰੂ ਕੀਤੀ, ਪਰ ਰਾਏਜ਼ਾਦਾ ਨਿਚਲਿਆ ਨਾ ਬੈਠਾ ਤੇ ਮਾਸਟਰ ਦੇ ਕੋਟ ਨੂੰ ਹੱਥ ਲਾਉਂਦਾ ਰਿਹਾ। ਫਿਰ ਅਚਨਚੇਤ ਹੀ ਉਹਨੇ ਪੁੱਛਿਆ, ਮਾਸਟਰ ਜੀ, ਅੱਜ ਡੈਡੀ ਨੇ ਮੈਨੂੰ ਇੱਕ ਮੈਗਜ਼ੀਨ ਦਿੱਤੀ ਸੀ, ਉਸ ਵਿੱਚ ਇੱਕ ਬੜਾ ਸੋਹਣਾ ਜੋਕ ਸੀ, ਤੁਹਾਨੂੰ ਸੁਣਾਵਾਂ? ਮਾਸਟਰ ਨੇ ਕਾਪੀ ਤੋਂ ਅੱਖਾਂ ਚੁੱਕੇ ਬਿਨਾਂ ਹੀ ਕਿਹਾ, ਸੁਣਾ। ਇੱਕ ਮਾਸਟਰ ਨੇ ਜਮਾਤ ਵਿੱਚ ਇੱਕ ਮੁੰਡੇ ਨੂੰ ਗਲਤ ਸਵਾਲ ਕੱਢਣ ਉੱਤੇ ਕਿਹਾ, ਕੰਨ ਫੜ ਲੈ। ਮੁੰਡੇ ਨੇ ਝਟਪਟ ਮਾਸਟਰ ਦੇ ਦੋਵੇਂ ਕੰਨ ਫੜ ਲਏ
ਤੇ ਰਾਏਜ਼ਾਦਾ ਖੂਬ ਉੱਚੀ ਉੱਚੀ ਹੱਸਣ ਲੱਗ ਪਿਆ। ਫਿਰ ਰਾਏਜ਼ਾਦੇ ਨੇ ਮਾਸਟਰ ਨੂੰ ਕਿਹਾ, ਇੱਕ ਸਵਾਲ ਤੁਹਾਨੂੰ ਪੁੱਛਾਂ, ਪਰ ਹਿਸਾਬ ਦਾ ਨਹੀਂ ਜੇ, ਦੱਸੋਗੇ? ਤੇ ਰਾਏਜ਼ਾਦੇ ਨੇ ਐਤਕੀ ਮਾਸਟਰ ਵੱਲੋਂ ਹਾਂ ਉਡੀਕੇ ਬਿਨਾਂ ਹੀ ਸਵਾਲ ਪੁੱਛ ਲਿਆ, ਭਲਾ ਮਾਸਟਰ ਤੇ ਨੌਕਰ ਵਿੱਚ ਕੀ ਫਰਕ ਹੁੰਦਾ ਹੈ? ਰਾਏਜ਼ਾਦੇ ਨੇ ਸਵਾਲ ਪਾਇਆ ਹੀ ਸੀ ਕਿ ਇੱਕ ਨੌਕਰ ਮਾਸਟਰ ਈਸ਼ਰ ਦਾਸ ਨੂੰ ਬੁਲਾਣ ਆ ਗਿਆ। ਮਾਸਟਰ ਜੀ, ਰਾਏ ਸਾਹਿਬ ਨੇ ਤੁਹਾਨੂੰ ਅੰਦਰ ਬੁਲਾ ਭੇਜਿਆ ਏ। ਮਾਸਟਰ ਨੌਕਰ ਦੇ ਪਿੱਛੇ ਪਿੱਛੇ ਹੋ ਤੁਰਿਆ। ਰਾਏ ਸਾਹਿਬ ਇੱਕ ਗੋਲ ਕਮਰੇ ਵਿੱਚ ਆਪਣੇ ਦੋਸਤਾਂ ਯਾਰਾਂ ਨਾਲ ਬੈਠੇ ਤਾਸ਼ ਖੇਡ ਰਹੇ ਸਨ। ਇਸ ਕਮਰੇ ਦੀ ਦੁਰਾਡੀ ਨੁਕਰੇ ਨੌਕਰ ਮਾਸਟਰ ਜੀ ਨੂੰ ਖੜਾ ਕਰ ਗਿਆ। ਬੜਾ ਸ਼ਾਨਦਾਰ ਕਮਰਾ ਸੀ। ਇੱਕ ਵਾਰ ਛੋਟੇ ਹੁੰਦਿਆਂ ਮਾਸਟਰ ਈਸ਼ਰ ਦਾਸ ਲਾਹੌਰ ਦਾ ਅਜਾਇਬ ਘਰ ਤੱਕਣ ਗਿਆ ਸੀ। ਅਜਾਇਬ ਘਰ ਵਾਂਗ ਹੀ ਸਜਿਆ ਹੋਇਆ ਸੀ ਇਹ ਕਮਰਾ। 2 ਅੰਗੀਠੀਆਂ ਬਲ ਰਹੀਆਂ ਸਨ ਤੇ ਹੁਨਾਲੇ ਵਰਗਾ ਨਿੱਘ ਸੀ। ਨੌਕਰ ਨੇ ਜਾ ਕੇ ਰਾਏ ਸਾਹਿਬ ਨੂੰ ਇਤਲਾਹ ਦਿੱਤੀ। ਉਹਨਾਂ ਕੁਝ ਚਿਰ ਉਡੀਕਣ ਲਈ ਇਸ਼ਾਰਾ ਕੀਤਾ। ਹਥਲੀ ਚਾਲ ਬੜੀ ਔਖੀ ਜਾਪਦੀ ਸੀ ਤੇ ਉਹ ਸੋਚ ਰਹੇ ਸਨ। ਮਾਸਟਰ ਈਸ਼ਰ ਦਾਸ ਜਿੱਥੇ ਖੜੋਤਾ ਹੋਇਆ ਸੀ, ਉਹਦੇ ਖੱਬੇ ਪਾਸੇ ਇੱਕ ਬੜੀ ਵੱਡੀ ਸ਼ੀਸ਼ਿਆਂ ਵਾਲੀ ਅਲਮਾਰੀ ਸੀ ਤੇ ਇਸ ਅਲਮਾਰੀ ਵਿੱਚ ਇੰਨੀਆਂ ਕਿਤਾਬਾਂ ਸਨ ਜਿੰਨੀਆਂ ਉਹਨਾਂ ਦੇ ਸਕੂਲ ਦੀ ਸਾਰੀ ਲਾਇਬ੍ਰੇਰੀ ਵਿੱਚ ਵੀ ਨਹੀਂ ਸਨ। ਅਲਮਾਰੀ ਦੇ ਇੱਕ ਪਾਸੇ ਅੰਗਰੇਜ਼ੀ ਵਿੱਚ ਛਪਿਆ ਹੋਇਆ ਲੇਬਲ ਲੱਗਿਆ ਹੋਇਆ ਸੀ, ਸਾਈਕੋਲੋਜੀ। ਕਿਤਾਬਾਂ ਵੱਲੋਂ ਹਟ ਕੇ ਮਾਸਟਰ ਈਸ਼ਰ ਦਾਸ ਰਾਏ ਸਾਹਿਬ ਵਾਲੇ ਪਾਸੇ ਹੁੰਦੀਆਂ ਗੱਲਾਂ ਸੁਣਨ ਲੱਗ ਪਿਆ। ਰਾਏ ਸਾਹਿਬ, ਅੱਜ ਕੱਲ੍ਹ ਬੜੀ ਠੰਡ ਪੈ ਰਹੀ ਹੈ। 2-2 ਸਵੈਟਰ, ਕੋਟ ਤੇ ਓਵਰਕੋਟ, ਫੇਰ ਵੀ ਤੀਰ ਵਾਂਗ ਵਿੰਦੀ ਏ। ਲੋ ਭੋਲੇ ਪਾਤਸ਼ਾਹੋ, ਤੁਸੀਂ ਵੀ ਤਾਂ ਖੂਹ ਦੇ ਡੱਡੂ ਹੀ ਹੋ। ਇਹ ਵੀ ਕੋਈ ਠੰਡ ਹੈ? ਨਾ ਕੁਝ ਪੀਣ ਦਾ ਸਵਾਦ, ਨਾ ਕੁਝ ਪਾਣ ਦਾ। ਠੰਡ ਤਾਂ ਆਸਟਰੀਆ ਵਿੱਚ ਹੁੰਦੀ ਸੀ। ਜਨਵਰੀ 1930 ਦਾ ਜ਼ਿਕਰ ਏ, ਜਦੋਂ ਮੈਂ ਵਿਆਨਾ ਵਿੱਚ। ਮਾਸਟਰ ਈਸ਼ਰ ਦਾਸ ਜਿਸ ਕਲੀਨ ਉੱਤੇ ਖੜੋਤਾ ਸੀ, ਉਸ ਵਿੱਚ ਉਹਦੇ ਪੈਰ ਧੱਸਦੇ ਜਾਂਦੇ ਸਨ। ਤੇ ਕਿੰਨਾ ਹੀ ਵੱਡਾ ਸੀ ਇਹ ਕਲੀਨ। 3 ਰਜ਼ਾਈਆਂ ਜਿੱਡਾ, ਨਹੀਂ 3 ਤੋਂ ਵੀ ਵੱਡਾ, 4 ਰਜ਼ਾਈਆਂ ਜਿੱਡਾ। 4 ਰਜ਼ਾਈਆਂ, ਚੌਥੀ ਸੀਤੋ ਦੀ ਮਾਂ ਲਈ। ਰਾਏ ਸਾਹਿਬ ਮਾਸਟਰ ਕੋਲ ਆ ਗਏ। ਮਾਸਟਰ ਈਸ਼ਰ ਦਾਸ ਨੇ ਹੱਥ ਜੋੜ ਲਏ। ਇੱਥੇ ਬੈਠ ਜਾਓ ਮਾਸਟਰ ਜੀ। ਰਾਏ ਸਾਹਿਬ ਨੇ ਆਪ ਬੈਠ ਕੇ ਨਾਲ ਦੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ, ਜੋ ਗੱਲ ਮੈਂ ਤੁਹਾਨੂੰ ਅੱਜ ਕਹਿਣੀ ਏ ਉਹ ਕੁਝ ਔਖੀ ਏ, ਪਰ ਖੈਰ ਜੋ ਹੋਣਾ ਚਾਹੀਦਾ ਏ ਉਹ ਕਹਿਣਾ ਹੀ ਪਏਗਾ। ਤੁਸੀਂ ਬੈਠਦੇ ਕਿਉਂ ਨਹੀਂ? ਮਾਸਟਰ ਈਸ਼ਰ ਦਾਸ ਬੈਠ ਗਿਆ। ਜਿਸ ਕੁਰਸੀ ਉੱਤੇ ਉਹ ਬੈਠਾ ਸੀ, ਉਹਦੀ ਗੱਦੀ ਉਹਨੂੰ ਆਪਣੇ ਘਰ ਦੀਆਂ ਸਭਨਾਂ ਰਜ਼ਾਈਆਂ ਨਾਲੋਂ ਮੋਟੀ ਤੇ ਕਿਤੇ ਨਰਮ ਜਾਪੀ। ਉਹ ਸਾਹਮਣੀ ਅਲਮਾਰੀ ਵਿੱਚ ਜਿੰਨੀਆਂ ਕਿਤਾਬਾਂ ਤੁਸੀਂ ਤੱਕ ਰਹੇ ਹੋ, ਇਹ ਸਭ ਸਾਈਕੋਲੋਜੀ ਦੀਆਂ ਕਿਤਾਬਾਂ ਨੇ। ਇਹ ਮੈਂ ਦਿਖਾਵੇ ਲਈ ਨਹੀਂ ਰੱਖੀਆਂ ਹੋਈਆਂ, ਮੈਂ ਸਭ ਪੜ੍ਹੀਆਂ ਹੋਈਆਂ ਨੇ ਤੇ ਇੱਕ ਤਰ੍ਹਾਂ ਨਾਲ ਇਹਨਾਂ ਦਾ ਅਰਕ ਕੱਢ ਰੱਖਿਆ ਹੈ, ਅਰਕ। ਤੇ ਇਹ ਅਰਕ ਮੈਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤਦਾ ਹਾਂ। ਰਾਏ ਸਾਹਿਬ ਇੱਥੇ ਕੁਝ ਰੁਕੇ। ਉਹਨਾਂ ਮਾਸਟਰ ਵੱਲ ਤੱਕਿਆ ਤੇ ਫਿਰ ਆਪਣੀ ਗੱਲ ਜਾਰੀ ਰੱਖੀ। ਸਾਈਕੋਲੋਜੀ ਦੀ ਸਾਇੰਸ ਦੀ ਸਟੱਡੀ ਦੱਸਦੀ ਏ ਕਿ ਜਦੋਂ ਤੱਕ ਸ਼ਾਗਿਰਦ ਦੇ ਮਨ ਵਿੱਚ ਮਾਸਟਰ ਦੀ ਡੂੰਘੀ ਇੱਜ਼ਤ ਨਾ ਹੋਵੇ, ਉਦੋਂ ਤੱਕ ਉਹ ਕੁਝ ਨਹੀਂ ਸਿੱਖ ਸਕਦਾ। ਹਾਂ, ਹੁਣ ਪਰਸੋਂ ਤੋਂ ਜਦੋਂ ਤੋਂ ਤੁਸਾਂ ਉਹ ਕੋਟ ਲਿਆ ਏ। ਮਾਸਟਰ ਈਸ਼ਰ ਦਾਸ ਨੂੰ ਲੱਗਾ ਜਿਵੇਂ ਉਹਦੇ ਥੱਲੇ ਪਈ ਗੱਦੀ ਵਿੱਚੋਂ ਕੋਈ ਕਿੱਲ ਉਹਨੂੰ ਚੁੱਭ ਗਿਆ ਸੀ। ਜਦੋਂ ਤੋਂ ਤੁਸਾਂ ਉਹ ਕੋਟ ਲਿਆ ਏ, ਕਾਕੇ ਦਾ ਤੁਹਾਡੇ ਨਾਲੋਂ ਇੱਜ਼ਤ ਦਾ ਰਿਸ਼ਤਾ ਟੁੱਟ ਗਿਆ ਏ। ਆਮ ਮੂਰਖ ਮਾਪਿਆਂ ਨੂੰ ਤਾਂ ਏਡੀ ਬਰੀਕ ਤਬਦੀਲੀ ਦਾ ਪਤਾ ਹੀ ਨਹੀਂ ਲੱਗਦਾ, ਪਰ ਮੈਂ ਹਾਂ ਸਾਈਕੋਲੋਜੀ ਦਾ ਮਾਹਰ। ਮੇਰੇ ਤੋਂ ਭਲਾ ਕੀ ਗੁੱਜਾ ਰਹਿ ਸਕਦਾ ਹੈ? ਹੁਣ ਕਾਕਾ ਤੁਹਾਡੇ ਕੋਲੋਂ ਕੁਝ ਨਹੀਂ ਸਿੱਖ ਸਕੇਗਾ। ਉਹ ਅੱਜ ਮੇਰੇ ਕੋਲੋਂ ਪੁੱਛ ਰਿਹਾ ਸੀ, ਸਾਡੇ ਭੰਗੀ ਤੇ ਮਾਸਟਰ ਵਿੱਚ ਕੀ ਫਰਕ ਏ? ਲਾਲੂ ਭੰਗੀ ਨੇ ਵੀ ਤੁਹਾਡਾ ਕੋਟ ਮੰਗ ਕੇ ਪਾਇਆ ਏ
ਤੇ ਮਾਸਟਰ ਜੀ ਨੇ ਵੀ। ਇੱਕ ਕਿੱਲ ਨਹੀਂ, ਗੱਦੀ ਵਿੱਚੋਂ ਅਣਗਿਣਤ ਕਿੱਲ ਉੱਭਰ ਆਏ ਲੱਗਦੇ ਸਨ। ਮਾਸਟਰ ਈਸ਼ਰ ਦਾਸ ਨੇ ਹੱਥ ਜੋੜ ਕੇ ਕਿਹਾ, ਰਾਏ ਸਾਹਿਬ, ਉਹ ਤਾਂ ਮਾਤਾ ਜੀ ਨੇ ਰਾਏ ਸਾਹਬਨੀ ਜੀ ਨੇ ਹੁਕਮ ਕਰਕੇ ਮੈਨੂੰ ਪਵਾ ਦਿੱਤਾ ਸੀ ਤੇ ਅਗਲੇ ਦਿਨ ਹੀ ਉਹ ਸ਼ਹਿਰ ਚਲੇ ਗਏ। ਤੇ ਮਾਸਟਰ ਈਸ਼ਰ ਦਾਸ ਕੋਟ ਲਾਣ ਲੱਗ ਪਿਆ। ਮੈਂ ਤਾਂ ਉਡੀਕਦਾ ਸਾਂ ਕਿ ਉਹ ਆ ਜਾਣ ਤੇ ਉਹਨਾਂ ਦਾ ਧੰਨਵਾਦ ਕਰਕੇ ਉਹਨਾਂ ਨੂੰ ਇਹ ਮੋੜ ਦਿਆਂ। ਤੇ ਮਾਸਟਰ ਨੇ ਕੋਟ ਲਾ ਕੇ ਤੈਅ ਕਰਨਾ ਸ਼ੁਰੂ ਕਰ ਦਿੱਤਾ। ਨਹੀਂ ਨਹੀਂ ਮਾਸਟਰ ਜੀ, ਕੋਟ ਮੋੜਨ ਦੀ ਉੱਕਾ ਕੋਈ ਲੋੜ ਨਹੀਂ, ਤੁਸੀਂ ਕੋਟ ਪਾ ਲਓ। ਰਾਏ ਸਾਹਿਬ ਨੇ ਮਾਸਟਰ ਦੀਆਂ ਅੱਖਾਂ ਵਿੱਚ ਅੱਖਾਂ ਗੱਡ ਕੇ ਫੇਰ ਕਿਹਾ, ਤੁਸੀਂ ਕੋਟ ਪਾ ਲਓ। ਤੇ ਜਿਸ ਤਰ੍ਹਾਂ ਡਰਿਲ ਕਰਦਿਆਂ ਹੁਕਮ ਸੁਣ ਕੇ ਬਿਨਾਂ ਸੋਚੇ ਖੱਬੇ ਜਾਂ ਸੱਜੇ ਭੌਂ ਜਾਈਦਾ ਏ, ਮਾਸਟਰ ਨੇ ਕੋਟ ਪਾ ਲਿਆ। ਆਪਣੇ ਕਿਸੇ ਬੱਚੇ ਲਈ ਵੀ ਲੋੜ ਹੋਵੇ ਤਾਂ ਕਾਕੇ ਦਾ ਕੋਈ ਪੁਰਾਣਾ ਕੋਟ ਲੈ ਜਾਣਾ। ਕੋਟ ਦੀ ਤਾਂ ਕੋਈ ਗੱਲ ਨਹੀਂ। ਹਾਂ, ਇਹ ਲਓ 15 ਦਿਨ ਦੇ 7.5 ਰੁਪਏ। ਕੱਲ੍ਹ ਤੋਂ ਤੁਹਾਨੂੰ ਪੜ੍ਹਾਉਣ ਆਉਣ ਦੀ ਕੋਈ ਲੋੜ ਨਹੀਂ। ਮੈਨੂੰ ਉਮੀਦ ਹੈ ਤੁਸੀਂ ਸਭ ਕੁਝ ਸਮਝ ਗਏ ਹੋਵੋਗੇ ਤੇ ਗੱਲ ਦੀ ਤਹਿ ਤੱਕ ਪੁੱਜ ਜਾਓਗੇ। ਤੁਹਾਡਾ ਕੋਈ ਕਸੂਰ ਨਹੀਂ, ਤੁਸਾਂ ਬੜੀ ਮਿਹਨਤ ਕੀਤੀ ਹੈ, ਸਿਰਫ ਸਾਈਕੋਲੋਜੀ। ਮਾਸਟਰ ਈਸ਼ਰ ਦਾਸ ਜਦੋਂ ਵਾਪਸ ਜਾ ਰਿਹਾ ਸੀ, ਉਦੋਂ ਇੰਜ ਲੱਗਦਾ ਸੀ ਕਿ ਇੱਕ ਮਨੁੱਖ ਨਹੀਂ, ਇੱਕ ਕੋਟ ਜਾ ਰਿਹਾ ਹੈ।